ਤਹਿ ਪਏ ਦੁਆਰਿਆ। ਰਖ ਲੈ ਉਹ ਦੀਨ ਦਇਆਲ, ਪਰਮਤ ਬਹਾਰਿਆ। ਭਗਤ ਵਛਲ ਤੇਰਾ ਬਿਰਦ, ਹਰ ਪਤਤ ਉਤਾਰਿਆ। ਤੁਝ ਬਿਨ ਨਾਹੀ ਕੋਇ, ਬਿਨੋ ਮੋਹਿ ਸਾਰਿਆ। ਕਰ ਗਲਿਓ ਦਿਆਲ, ਸਾਗਰ ਸੰਸਾਰਿਆ। ਦਰਮਾ ਦੇ ਠਾਡੇ ਦਰਬਾਰ, ਤੁਧ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾੜ, ਤੁਮ ਧਨ ਤਨੀ ਉਦਾਰ ਤਿਆਗੀ। ਸਰਣ ਸੁਣ ਸੁਜਸ ਤੁਮਾਰ, ਮੰਗੋ ਕਾਹੇ ਰੰਗ ਸਭ ਦੇਖੋ। ਤੁਮ ਹੀ ਤੇ ਮੇਰੋ ਨਿਸਤਾਰ। ਜੈ ਜੋ ਨਾਮਾ ਵਿਪ ਸੁਦਾਮਾ, ਤਿਨ ਕੋ ਕਿਰਪਾ ਪਈ ਹੈ ਅਪਾਰ। ਕਹਿ ਕਬੀਰ ਤੂੰ ਸਮਰਥ ਦਾਤੇ, ਚਾਰ ਪਦਾਰਥ ਦੇਤ ਨ ਬਾਰ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਕੁਚਲ ਕਠੋਰ ਕਪਟ ਕਾਮੀ, ਜਿਉ ਜਾਣੈ ਤਿਉ ਤਾਰ ਸੁਆਮੀ। ਤੂੰ ਸਮਰੱਥ ਸਰਨ ਜੋਗ ਤੂੰ, ਰਾਖੈ ਆਪਣੀ ਕਲ ਧਾਰ। ਜਾਪ ਤਾਪ ਨੇਮ ਸੁਚ ਸੰਜਮ, ਨਾਹੀ ਇਨ ਵਿਦੇ ਛੁਟਕਾਰ। ਗਰਤ ਘੋਰ ਅੰਤ ਤੇ ਕਾਢੋ, ਨਾਨਕ ਨਦਰ ਨਿਹਾਰ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਹੋ, ਹਉ ਪਾਪੀ ਵਡ ਗੁਨਹਗਾਰ। ਹਰਿ ਜਿਉ ਲੇਖੈ ਵਾਰ ਨ ਆਵਈ, ਤੂੰ ਬਖਸ਼ ਮਿਲਾਵਨਹਾਰ। ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ। ਚੋਰ ਯਾਰ ਜੁਆਰ ਹਉ, ਪਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ, ਠਗ ਦੇ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ। ਵਿਸਾਸ ਘਾਤੀ ਕਿਰਤ ਕਣ, ਮੈਂ ਕੋ ਨਰ ਖੰਦਾ। ਸਿਮਰ ਮਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜਿਉ। ਮੈਂ ਆਸਾ ਰੱਖੀ ਚਿਤ ਮਹਿ, ਮੇਰਾ ਸਭੋ ਦੁਖ ਗਵਾਏ ਜਿਉ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਕਰਕੇ ਗੋਲੇ। ਜਾਂ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ, ਇਕੋ ਨਾਮ ਆਧਾਰ। ਵਿਖਿਆ ਰੰਗ ਕੂੜਾਵਿਆ, ਦਿਸਨ ਸਭੇ ਛਾਰ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਵਣ ਤਿਣ ਪ੍ਰਭ ਸੰਗ ਮੌਲਿਆ, ਸਮਰਥ ਪੁਰਖ ਅਪਾਰ। ਹਰ ਮਿਲਣੈ ਨੋ ਮਨ ਲੋਚਦਾ, ਕਰਮ ਮਿਲਾਵਨ ਹਾਰ। ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ। ਨਾਨਕ ਹਰ ਜੀ ਮਇਆ ਕਰ, ਸ਼ਬਦ ਸਵਾਰਨ ਹਾਰ।
ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰ ਹਾਰ। ਸਾਵਣ ਸਰਸੀ ਕਾਮਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜਿਓ ਨਵਾਜੀ, ਪਾਰਮ ਪੋਸਨ ਮਾਣ ਗੁਰੂ ਖਾਲਸਾ ਸਾਧ ਸੰਗਤ ਜੀਓ। ਸੁਭਾਗ ਪ੍ਰਾਪਤ ਹੈ ਬੜੀ ਦੂਰ ਦੂਰ ਤੋਂ ਸਰਦਾ ਭਾਵਨਾ ਨਾਲ ਸੰਗਤਾਂ ਪੁੱਜ ਰਹੀਆਂ। ਅਕਾਲ ਪੁਰਖ ਸੱਚੇ ਪਾਤਸ਼ਾਹ ਮੇਰਾ ਕਈਆਂ ਦਾ ਖਿਆਲ ਹੁੰਦਾ ਜਿੱਥੇ ਗੁਰਦੁਆਰਿਆਂ ਦੀ ਘਾਟ ਹੈ ਉੱਥੇ ਬੀਬੀਆਂ ਆਪਣੇ ਬੱਚੇ ਨੂੰ ਸਿਖਾਉਂਦੀ ਰਹਿੰਦੀਆਂ। ਮੈਂ ਬੱਚਾ ਤੈਨੂੰ ਪੁੱਛਾਂਗੀ ਕਿਹੜਾ ਮਹੀਨਾ ਚੜ੍ਹਿਆ ਹੈ। ਬੱਚਾ ਨਿਰਵਕਾਰ ਹੁੰਦਾ, ਉਹਦੇ ਮੂੰਹ ਸੁਣ ਕੇ ਖੁਸ਼ ਹੁੰਦੀਆਂ। ਇੱਥੇ ਤਾਂ ਮਹਾਰਾਜ ਕੇ ਪਾਤਸ਼ਾਹ ਆਪ ਆਪਣੇ ਮੁਬਾਰਕ ਰਸਨਾਂ ਤੋਂ ਸਾਉਣ ਦੇ ਮਹੀਨੇ ਦਾ ਨਾਮ ਫਰਮਾ ਰਹੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਬਾਗ, ਜਿੱਥੇ ਕਿ ਕਥਾ ਹਾਲ ਹੈ, ਉੱਥੇ ਸੰਗਮਰਮਰ ਦੀ ਛੋਟੀ ਜਿਹੀ ਮੰਜੀ ਹੁਣ ਵੀ ਯਾਦਗਾਰ ਬਣਾਈ ਹੋਈ ਹੈ। ਸੁਭਾਇਮਾਨ ਹਨ, ਗੁਰਤਾ ਗੱਦੀ 'ਤੇ ਸੁਭਾਇਮਾਨ ਹਨ। ਉਹ ਥਾਂ ਇਹ 12 ਮਹਾ ਉਚਾਰਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇਸ ਮਹੀਨੇ ਵਿੱਚ ਜੋ ਕੁਝ ਵੀ ਵਰਤਦਾ ਹੈ, ਜੋ ਕੁਝ ਵੀ ਸਾਨੂੰ ਕਰਨਾ ਚਾਹੀਦਾ ਹੈ, ਜਿਸ ਕਾਰਨ ਕਰਕੇ ਸਾਡਾ ਵੀ ਕੁਝ ਪਾਰ ਉਤਾਰਾ ਹੋ ਸਕਦਾ ਹੈ, ਐਸੀ ਸਿੱਖਿਆ ਸੁਰ ਸਿੱਖਿਆ ਸਿਧਾਂਤ ਤਾਤਪਰਜ ਇਸ ਮਹੀਨੇ ਰਾਹੀਂ ਮਹਾਰਾਜ ਸਾਨੂੰ ਦੱਸ ਰਹੇ ਹਨ। ਸਾਵਣ ਸਰਸੀ ਕਾਮਣੀ। ਸਾਧ ਸੰਗਤ ਜੀ, ਇਸ ਮਹੀਨੇ ਨੂੰ ਔੜ ਬੜੀ ਲੱਗਦੀ ਹੈ। ਸਰੋਵਰਾਂ ਸਾਰੇ ਥਾਵਾਂ ਦੇ ਪਾਣੀ ਸੁੱਕ ਜਾਂਦੇ ਹਨ। ਥੋੜ੍ਹੇ ਜਲ ਵਿੱਚ ਰਹਿਣ ਵਾਲੇ ਜੀਵ ਜੰਤ, ਮੱਛੀਆਂ, ਡੱਡੀਆਂ ਆਦਿ ਤਪਸ ਕਰਕੇ ਗਰਮ ਪਾਣੀ ਲੱਗਦਾ, ਦੁੱਖ ਹੁੰਦਾ, ਤੜਫਦੀਆਂ ਹਨ। ਸਾਰੇ ਜੀਅ ਜੰਤੇ ਬਹੁਤ ਔੜ ਲੱਗਣ ਕਰਕੇ ਜਦੋਂ ਕਿ ਕਈ ਤਾਂ ਇਸ ਔੜ ਤੋਂ ਨਾ ਤੇਜ਼ੀ ਤੋਂ ਹਰੀਸ ਲੋਕ, ਕੋਈ ਕਸ਼ਮੀਰ, ਕੋਈ ਜੰਮੂ, ਠੰਡੇ ਪਹਾੜੀ ਇਲਾਕਿਆਂ ਵਿੱਚ ਜਾਂਦੇ ਹਨ। ਇਸ ਤਰ੍ਹਾਂ ਇਸ ਮਹੀਨੇ ਦੀ ਜਿਹੜੀ ਔੜ ਹੈ ਨਾ, ਜਦੋਂ ਸਾਰੇ ਜੀਅ ਜੰਤ ਵਰਖਾ ਦੀ ਇੱਛਾ ਰੱਖਦੇ ਹੋਏ ਅਰਦਾਸ ਬੇਨਤੀ ਕਰਦੇ ਜੁੜ ਕੇ, ਇਹ ਸੱਚੇ ਪਾਤਸ਼ਾਹ, ਇਹ ਵਾਹਿਗੁਰੂ ਕਿਰਪਾ ਕਰੋ, ਮਹਾਰਾਜ ਵਰਖਾ ਕਰੋ, ਮਿਓ ਪਿਆ ਪਰਮੇਸ਼ਰ ਪਾਇਆ ਜੀ ਜਨ ਸਭ। ਤਦੋਂ ਗੁਰੂ ਨਾਨਕ ਦੇਵ ਰੂਪ ਹੋ ਕਰਕੇ ਸਾਰੇ ਸੰਸਾਰ ਵਿੱਚ ਜਿਵੇਂ ਵਰਖਾ ਸਾਰੇ ਹੁੰਦੀ ਹੈ, ਪਹਾੜਾਂ 'ਤੇ ਵੀ, ਟਿੱਬਿਆਂ 'ਤੇ ਵੀ, ਸਾਰੇ ਥਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਨ ਹਰਗੋਬਿੰਦ ਰੂਪ ਸਾਰੇ ਉਪਦੇਸ਼ ਦੀ ਵਰਖਾ ਕੀਤੀ। ਜਿਹੜੇ ਖੁਸ਼ਕ ਟਿੱਬਿਆਂ ਵਾਂਗ ਸਨ, ਸੁਮੇਰ ਪਰਬਤ 'ਤੇ ਰਹਿਣ ਭੰਗਰਨਾਥ ਵਰਗੇ ਉੱਥੇ ਆ ਪੁੱਜ ਗਏ। ਉਹਨਾਂ ਨੇ ਵੀ ਗੁਰਮਤਿ ਦਾ ਅਸਲੀ ਸਿਧਾਂਤ ਦੱਸ ਕੇ, ਰੱਬ ਦੀ ਪ੍ਰਭਤਾ ਦੱਸ ਕੇ ਉਹਨਾਂ ਨੂੰ ਵੀ ਨਿਹਾਲ ਕੀਤਾ। ਉਹਨਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਰਤਾ ਕੀਤੀ। ਜੋ ਬਲੀ ਕੰਧਾਰੀ ਪਹਾੜੀ 'ਤੇ ਉਹ ਪਾਣੀ ਰੋਕੀ ਫਿਰਦਾ, 5-7 ਮੰਜੇ ਡਾਹਣ ਜਿੰਨੀ ਥਾਂ
ਉਸ ਵੀ ਹੰਕਾਰ ਸੀ, ਖੁਸ਼ਕ ਟਿੱਬੇ ਵਾਂਗ ਸੀ। ਉੱਥੇ ਵੀ ਜਾ ਕੇ ਭਾਈ ਮਰਦਾਨੇ ਦੁਆਰਾ ਪਾਣੀ ਮੰਗਦਾ, ਉਹ ਦੇਖ ਲਓ ਹੁਣ ਤੱਕ ਨਾਨਕ ਝੀਰਾ ਚੱਲ ਰਿਹਾ ਹੈ। ਇਸ ਤਰ੍ਹਾਂ ਸਾਰੇ ਥਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦੀ ਵਰਖਾ ਕੀਤੀ। ਸਾਵਣ ਸਾਵਣ ਸਰਸੀ ਕਾਮਣੀ, ਸਾਵਣ ਸਰਸੇ ਕਾਮਣੀ। ਸਾਵਣ ਦਾ ਮਹੀਨਾ ਹੈ ਮਨੁੱਖ ਸਰੀਰ। ਸਾਵਣ ਦਾ ਮਹੀਨਾ ਹੈ ਸੌਂਕ ਵਾਸਤਾ। ਇਹਦੇ ਵਿੱਚ ਸਾਵਣ ਸਰਸੇ ਕਾਮਣੀ, ਕਾਮਣੀ ਹੁੰਦਾ ਇਸਤਰੀ ਦਾ ਨਾਮ, ਪਰ ਕਾਮਣੀ ਇੱਥੇ ਇੱਛਾਵਾਨ। ਚਰਨ ਕਮ ਸੋ ਪਿਆਰ, ਜਿਸ ਬੀਬੀ ਦਾ ਆਪਣੇ ਪਤੀ ਦੇ ਚਰਨਾਂ ਦੇ ਨਾਲ ਪਿਆਰ ਹੈ। ਏਕੋ ਪੁਰਖ ਸਬਾਈ ਨਾਰ। ਆਪਣਾ ਦੇਖਣਾ ਸੁਣਾ ਪੱਖ ਹੈ ਬਹੁਤ। ਜਿਹੜੀ ਪਤੀ ਧਰ ਵਾਲੀਆਂ ਬੀਬੀਆਂ ਹੋਈਆਂ ਉਹ ਬੜੀ ਭਾਗਾਂ ਵਾਲੀਆਂ ਹੋਈਆਂ। ਉਹਨਾਂ ਵਿੱਚ ਬਹੁਤ ਬਲ, ਪਤੀ ਵਰਤ ਧਰ ਵਿੱਚ ਬਹੁਤ ਸਤਿਆ, ਬਹੁਤ ਤੱਤ ਹੈ। ਉਹਨਾਂ ਦਾ ਕੋਈ ਸੱਤ ਭਾਗ ਨਹੀਂ ਕਰ ਸਕਦਾ। ਜਿਹੜੀ ਕਿ ਪਤ ਵਰਤਾ ਹੈ, ਜਿਵੇਂ ਕਿ ਅਣਸੂਆ ਹੋਈ। ਅਣਸੂਆ ਬਹੁਤ ਬ੍ਰਹਮਚਾਰਜ ਸੀ, ਬਹੁਤ ਸਤੀ ਸੀ, ਬਹੁਤ ਰੱਬ ਦੀ ਪਿਆਰੀ ਸੀ ਇਹ ਬੀਬੀ। ਇਹਦੀ ਪ੍ਰਭਤਾ ਵੇਖ ਕੇ ਅਣਸੂਆ ਦੀ ਜਿਹੜੀ ਪਾਰਵਤੀ ਹੈ, ਲక్ష్ਮੀ ਹੈ, ਸਵਿਤਰੀ ਹੈ, ਬ੍ਰਹਮਾ ਦੇ ਘਰ ਵਾਲੀ, ਇਹ ਕਹਿੰਦੇ ਬੱਲੇ ਬੱਲੇ ਇਹਦਾ ਬੜਾ ਪ੍ਰਤਾਪ ਹੈ। ਬੱਲੇ ਬਹੁਤ ਪ੍ਰਤਾਪਨ ਹੈ। ਇਹਨਾਂ ਆਪਣੇ ਪਤੀ ਭੇਜੇ, ਜਾਓ ਸ਼ਾਇਦ ਤੁਹਾਡੇ ਉੱਤੇ ਮੋਹਤ ਹੋ ਜਾਵੇ। ਇਹ ਚਲੇ ਗਏ ਤਿੰਨੇ। ਜਦੋਂ ਉਹਨੇ ਦੇਖੇ ਬੱਲੇ ਵੇ ਤਾਂ ਆ ਗਈ ਤਰ੍ਹਾਂ ਉਹਨੇ ਅਰਜ਼ੋਈ ਕੀਤੀ ਵਾਹਿਗੁਰੂ ਦੇ ਚਰਨਾਂ ਵਿੱਚ, ਇਹ ਵਾਹਿਗੁਰੂ ਜੇ ਮੇਰੇ ਬਾਲ ਵਿੱਚ ਸੱਤ ਹੈ, ਵਾਹਿਗੁਰੂ ਸੱਚੇ ਪਾਤਸ਼ਾਹ ਸ਼ਕਤੀਸ਼ਾਲੀ, ਜੇ ਤੁਸੀਂ ਮੇਰੇ ਸੱਤ ਨੂੰ ਰੱਖਣ ਵਾਲੇ ਹੋ ਤਾਂ ਇਹ ਭੁਜੰਗੀ ਮੁੰਡੇ ਬਣ ਜਾਣ। ਭੁਜੰਗੀ ਤਿੰਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਉਹ ਜਵਾਕ ਬਣ ਗਏ। ਅਣਸੂਆ ਨੇ ਪੁੱਛੜੇ ਚੁੱਕ ਲਏ। ਆ ਵੇਖ ਕੇ ਸ਼ਰਾਬੀ ਲక్ష్ਮੀ ਬਹੁਤ ਗੁੱਸੇ ਚ ਹੋਈਆਂ। ਪਾਰਵਤੀ ਕਹਿੰਦੇ ਬੱਲੇ ਬੱਲੇ, ਇਹਨਾਂ ਤਾਂ ਸਾਡਾ ਕੰਮ ਹੀ ਖਰਾਬ ਕਰਤਾ। ਸਾਡੇ ਪਤੀ ਜਵਾਕ ਬਣਾ ਤੇ ਬੇਨਤੀ ਕੀਤੀ, ਸਾਡੀ ਗਲਤੀ ਹੈ ਜੀ, ਭੁੱਲ ਜੀ, ਤੁਸੀਂ ਬਹੁਤ ਸੁਭਾਗੇ ਹੋ, ਬਹੁਤ ਤਾਕਤ ਦੇ ਮਾਲਕ ਹੋ, ਦੇਖ ਲਓ। ਕਹਿੰਦੇ ਚਲੋ ਮਾਫੀ ਮੰਗਣ ਤੋਂ, ਜੇ ਸਾਡੇ ਪਹਿਲਾ ਪਤੀ ਸੀ ਨਾ, ਉਹ ਜੇ ਇਹਨਾਂ ਦੇ ਰੂਪ ਬਣਾ ਦਿਓ, ਉਤਰਾ ਬਣਾ ਤੇ ਉਹ ਸਮਾਂ ਫੇਰ ਲੰਘ ਗਿਆ। ਇਹ ਫੇਰ ਨਹੀਂ ਹਟੀਆਂ। ਇਹਨਾਂ ਨੇ ਫੇਰ ਪ੍ਰੇਰਿਆ ਆਪਣੇ ਪਤੀ, ਚਲੇ ਗਏ ਵੀ ਸ਼ਾਇਦ ਮੋਹਤ ਹੈ ਹੋ ਜਾਏ ਸਾਡੇ ਉੱਤੇ, ਅਸੀਂ ਵੱਡੇ ਵੱਡੇ ਅਵਤਾਰ ਹੈ ਸਿਰੇ ਦੇ। ਜਦੋਂ ਦੇਖੇ ਫਿਰ ਆ ਗਏ। ਕਹਿੰਦੇ ਚੰਗਾ, ਜੇ ਮੇਰੇ ਬ੍ਰਹਮਚਰਜ ਬਲ ਹੈ, ਜੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਦਾ ਸਦਕਾ ਹੈ ਤਾਂ ਇਹ ਵਿੱਚ ਬਣ ਜਾਣ। ਤਾਂ ਸਾਧ ਸੰਗਤ ਜੀ ਤਿੰਨੇ
ब्रह्मा ਤਾਂ ਪਿੱਪਲ ਬਣ ਗਿਆ, ਵਿਸ਼ਨੂੰ ਬਰੌਂਟਾ ਬਣ ਗਿਆ, ਆ शिव जी ਭੋਲਾਨਾਥ ਨਿੰਬ ਬਣ ਗਿਆ। ਜਿਨ੍ਹਾਂ ਦੀ ਤਰਬੇਨੀ ਮੰਨ ਕੇ ਭਾਵਨਾ ਹੋ ਰਹੀ ਹੈ। ਵੇਖੋ ਸਾਧ ਸੰਗਤ ਜੀ, ਪਤੀ ਵਰ ਧਰਮ ਵਿੱਚ ਕਿੰਨਾ ਬਲ ਹੈ। ਅਵਤਾਰ ਵੀ ਡਰਦੇ ਹੋਏ ਵਿੱਚ ਬਣੇ ਫਿਰਦੇ ਹਨ। ਇਸ ਤਰ੍ਹਾਂ ਬ੍ਰਹਮ ਸਤੀ ਹੋਈ ਸਤੀ, ਭਾਗ ਭਰੇ ਕਸ਼ਮੀਰ ਵਾਲੇ, ਜਿਨ੍ਹਾਂ ਕੇ ਬੜਾ ਹੱਠ ਕੀਤਾ। ਮੇਰੇ ਪੀਰ ਸ਼ਹਿਨਸ਼ਾਹ ਪਿਤਾ ਦੇ ਆਪਣੇ ਗ੍ਰਹਿ ਵਿਖੇ ਦਰਸ਼ਨ ਦੀ ਇੱਛਾ ਕਰਨ ਦੀ ਬੜੀ ਤਾਂਘ ਸੀ। ਸੇਵਾ 10 ਮੁੰਡੇ ਤੋਂ ਲਾਗ ਲੱਗਦੀ, ਬਹੁਤ ਪ੍ਰੇਮਣ ਬਣ ਗਈ। ਸੁਣ ਕੇ ਸਾਖੀਆਂ कि महाराज हम के ਤਾਂ इस तरह गए हैं। महाराज गरीब नहीं देखते, जाति को जाति नहीं देखते, वो तो भगते भुखे हैं। इन्ना बड़ा प्रेम किया, जब तो बड़ा किया, खाना खुना बड़ा घट, राह दिन इन्ना एक पाजा बना लिया जिमें कि भेलनी ने रामचंद्र भगवान के दर्शन करवाते बेर इकट्ठे कर ले सी। ਉਹਦੇ बेर इकट्ठे किए हुए समझ गए। रामचंद्र ने दर्शन दिते ही छके। इस तरह इन्हें करूंजी लेके ते चोड़ा या वस्त्र जा बना के चोड़े का रख लिया। रात दिन इंतजार बड़ा कर दिया। रात दिन शरीर सुक्या पाया, उम्र भी काफ़ी है। इधर मेरी पीर के मालक ने पता लग गया भी बजुर्ग ने साड़ी सरदान माई दर्शन तांग रख दी है। ਉਹਦੀ उम्र भी बिल्कुल नेड़े ही है। ਜਿਉਂਦੇ ਨੂੰ दर्शन दिए। माता सतारियो माता गंगा जगत माता जी तो आगे लैके वाह राह दिन पहाड़ी रास्ता है। कश्मीर पुजे, काठियावाड़ दरवाजा है जिथे ਇਹਦਾ घर से। घोड़े के पौड़ खड़ के ਇਹਦਾ मुंडा सेवादार निकलिया। बल्ले बल्ले इतने घोड़ा तो सच्चे पातशाह महाराज दो जहान वाली मेरी पीर दे मालक हैं। बड़ा खुश होया। आज जी अंदर जाकर रकाब तो आए। हौली हौली बादरे तू वाह कहता भागा भरी है ना तेरा सफल हो गया रखा होया। माता ने आप पान भी लो हथों छके। महाराज सच्चे पातशाह ने ਉਹ ਕਹਿੰਦੇ ਮਾਤਾ ਇਹ ਤਾਂ ਜਿਹੜਾ ਤੂੰ ਚੋਲੇ ਵਾਸਤੇ ਵਰਤ ਰੱਖਿਆ ਉਹ ਪਹਿਨ ਵਾਸਤੇ ਆਏ ਹੈ। ਸਾਨੂੰ ਦਿੱਲੀ ਲਾਹੌਰ ਕਿਸੇ ਸ਼ਹਿਰ ਦਾ ਵਰਤ ਚੰਗਾ ਨਹੀਂ ਲੱਗਿਆ। ਅਸੀਂ ਉਹ ਪਹਿਨ ਆਏ ਹਾਂ। ਸਵਾਦ ਸਵਾਇਆ ਲੈ ਪੈ ਰਿਹਾ। ਦੇਖੋ ਸਤਵੰਤੀ ਹੋਣਗੇ ਉਹਦੇ आपके कोल बैठ के प्राण पूरे हो गए। सत्कार विधि नाल कराओगे बड़ा कोई कहता। सती हुई है काबल की माई सेवा जेड़ी के तीजे पास के टाइम बौली साहब सेवा चल रही सी। महाराज ने हुक्मनामे भेजे सी जेड़े दो इकाओ जो ज़्यादा दुआ उदो कर रहो। ये आखन लगी पति देव आप कह रहे ही हैं। आहो तो चली घर में जंदरा लग जू। फिर कदे कहते हाँ मैं घर भी खुला रखांगी, बच्चा भी पालांगी, सारा कुछ। पति की संस्कार बहुत सिक्खी, सरदा भावना बहुत कट्टड़ हो गई।
ਲੋ ਸਿੱਧਾਂ ਦੀ ਮਾਤ ਬੱਚੇ ਨੂੰ ਦੁੱਧ ਚੰਗਾ ਕੇ ਅੰਨ ਪਾਣੀ ਸਾਰਾ ਕੁਝ ਬਣਾ ਕੇ ਰੱਖ ਕੇ ਫੁਰਨੇ ਨਾਲ ਆ ਜਾਂਦੀ ਹੈ ਕਾਬਲ। ਬੱਠਲ ਬੁੱਠਲ ਆ ਕੇ ਰੱਖਦੇ ਸਾਰਿਆਂ ਨਾਲੋਂ ਪਹਿਲਾਂ, ਜਾਂਦੀ ਮਗਰੋਂ ਸਾਰਿਆਂ ਤੇ ਇਹ ਪਤਿਵਾਰ ਧਰਮ ਵੱਲ। ਉਹ ਮੁਆਇਨਾ ਸੇਵਾ ਕਾਫੀ ਲੰਮੀ ਉਮਰ ਵਾਲੀ ਹੋਈ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਕਾਫੀ ਸੇਵਾ ਕੀਤੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੀ ਸੇਵਾ ਭਾਵਨਾ ਸਮਝ ਕੇ ਨਾ ਸ਼ਰਧਾਲੂ ਸੇਵਾ ਮਾਈ ਬਾਜ਼ਾਰ ਦਿੱਤਾ, ਹੀਰੇ ਮੋਤੀਆਂ ਦਾ ਬਾਜ਼ਾਰ ਹੈ ਨਾ, ਉਹ ਇਹਦੇ ਨਾਂ 'ਤੇ ਹੈ। ਪਤਵੰਤੀ ਸੁਭਾਗੀ ਹੋਈ ਹੈ ਰਾਜ ਕੌਰ। ਇਹਨੂੰ ਕਹੇ ਭੈਣਾਂ ਨੇ ਚਾਰ ਚਾਰ ਚੁਚਾ ਭਾਗ ਖਾਂਦੀਆਂ, ਪਿਓ ਦਾ ਚੰਗੇ ਤਾਂ ਵਿਆਹ ਇਸ ਤਰ੍ਹਾਂ ਕਹਿਣ ਕੌਣ ਤੋਂ। ਦੋਨੇ ਚੰਦ ਰਾਜੇ ਰਜਵਾੜੇ ਕੋਲ ਸ਼ਿਕਾਇਤ ਕਰਤੇ ਵੱਡੀ ਕੁੜੀਆਂ ਨੇ ਸੱਦਿਆ, ਪਿਤਾ ਜੀ ਕਦਾਚਿਤ ਸਤਿਯੁਗ ਜਦੋਂ ਦੁਨੀਆ ਬਣੀ ਹੈ ਕੋਈ ਕਿਸੇ ਦਾ ਭਾਗ ਨਹੀਂ ਖਾਂਦਾ, ਕੋਈ ਕਿਸਮਤ ਕਿਸੇ ਦੀ ਨਹੀਂ ਖਾਂਦੇ। ਸਿਰ ਸੁਆਏ ਠਾਕਰ ਕਾਹੇ ਮਨ ਪਾ ਕਰੇ। ਬੜਾ ਗੁੱਸਾ ਕੀਤਾ। ਵੇਖ ਲਓ ਉਹਦੇ ਨਾਲ ਵਿਆਹ ਦਾ ਕਹਿੰਦੇ ਚੰਗਾ, ਤੂੰ ਕਹਿ ਦਿੱਤਾ ਮੈਂ ਕਰ ਲੈ ਚਾਹ ਪੂਰਾ ਉਹਦਾ। ਮਾਂ ਹੋਰ ਕਹਿੰਦੇ ਉਹ ਰਾਜ ਵਜ਼ੀਰ ਜਿਹੇ ਇਆਣੇ ਦਿਨ ਰਾਜ ਬੱਚੇ ਨਾਲ ਇਉਂ ਕਹਿੰਦੇ ਮੈਂ ਕਹਿਤਾ। ਵੇਖ ਲਓ ਕੋੜੇ ਨਾਲ ਵਿਆਹੀ ਸੀ ਪਰ ਸਤਵੰਤੀ ਸੀ, ਸੁਭਾਗੀ। ਆਪਾਂ ਕਹਾਣੀਆਂ ਸੁਣਦੇ ਹੀ ਰਹਿੰਦੇ ਹਾਂ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਕਿ ਬੇਰੀ ਹੈ, ਬੇਰੀ ਸੁਭਾਗੀ ਨੂੰ ਮਾਈ ਬੇਰੀ ਵੀ ਕਹਿੰਦੇ ਆ। ਉੱਥੇ ਪਤੀ ਦੀ ਖਾਰੀ ਰੱਖਣ ਤੋਂ ਤੰਗ ਮੰਗਣ ਗਈ ਹੈ। ਕਾਂ ਇਸ਼ਨਾਨ ਕਰਕੇ ਹੱਸਉਂਦੇ ਦੇਖ ਕੇ ਇੰਨਾ ਵੀ ਫਿਰ ਮਾਰ ਰੁੜ ਰੜ ਕੇ ਇਸ਼ਨਾਨ ਕੀਤਾ। ਵੇਖ ਲਓ ਕੰਚਨ ਬ੍ਰਹਮ ਗਿਆਨੀ ਬਣ ਗਈ, ਬ੍ਰਹਮ ਗਿਆਨੀ ਰਾਜ ਭਾਗ ਦਾ ਮਾਲਕ ਹੋਇਆ। ਆ ਉਸ ਨੂੰ ਸਤਵੰਤੀ ਨੂੰ ਸੁਭਾਗੀ ਨੂੰ ਸੁਭਾਗ ਮਿਲਿਆ ਹੈ। ਇਸ ਤਰ੍ਹਾਂ ਸਾਵਣ ਸਰਸੀ ਕਾਮਣੀ ਸਾਧੂ ਮਹਾਤਮਾ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਚਰਨ ਕਮਲ ਸੇ ਪਿਆਰ, ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹੈ। ਚਰਨ ਹੁੰਦੇ ਕਾਬਲਵਤ ਸੁਗੰਧੀ ਬੜੀ ਹੁੰਦੇ ਮਹਿਕ, ਜਿਉਂ ਕਵਲ ਰਹਿ ਵਿੱਚ ਪਾਣੀ ਹੈ ਲਿਖ ਦਿੰਦੇ ਆ। ਇਸ ਤਰ੍ਹਾਂ ਜਿਹੜੇ ਚਰਨ ਹੈ ਜੋ ਸਚਿਤ ਆਨੰਦ ਸਰੂਪ ਪਰਮਾਤਮਾ ਨਿਰਾਕਾਰ ਹੈ, ਉਹਦੇ ਚਰਨ ਦਾ ਨਾਮ ਹੈ। ਜਿਸ ਚਰਨ ਨਾਮ ਚਰਨਾਂ ਦਾ ਅਰਥ ਹੁੰਦਾ ਅਧਿਸ਼ਠਾਨ, ਆਸਰਾ। ਚਰਨਾਂ ਦਾ ਅਰਥ ਨਰੇਪ। ਜਿਵੇਂ ਵਰਖਾ ਹੋਰੀ ਉਤਲਾ ਪਾਣੀ ਵੀ ਪੈ ਪੈ ਕੇ ਪੱਤਿਆਂ 'ਤੇ ਡਿੱਗ ਜਾਂਦਾ, ਹੇਠਲਾ ਪਾਣੀ ਵਿੱਚ ਰਹਿੰਦੇ ਆ ਪਰ ਉਹ ਸਾੜ ਨਹੀਂ ਸਕਦਾ, ਪ੍ਰਫੁੱਲਦਾ। ਇਸ ਤਰ੍ਹਾਂ ਮਹਾਰਾਜ ਦੇ ਚਰਨ ਕਲਪੋ ਭਗਤ ਸੁਗੰਧੀ ਦੇਣ ਵਾਲੇ ਹਨ। ਚਰਨ ਹੁੰਦਾ ਹਿਰਦਾ ਸ਼ਬਦ, ਹਿਰਦਾ ਚਰਨ ਸ਼ਬਦ ਨਾਨਕ ਬੰਧਿਓ। ਸ਼ਬਦ ਦਾ ਅਵਤਾਰ ਗੁਰੂ ਗ੍ਰੰਥ ਸਾਹਿਬ ਦੇ ਚਰਨ। ਜਿਹੜੇ ਸ਼ਬਦ ਹਨ ਇਹ ਚਰਨ ਸ਼ਬਦ ਦੇ ਵਸਾਣੇ। ਚਰਨ ਨਾ ਚਰਨਾਂ ਦਾ ਅਰਥ ਹੁੰਦਾ ਜਿਹੜੇ ਮਨ ਉਡਣ ਪਕੇਰੂ ਪੰਖ ਨੂੰ ਨਾ ਚਰਨ ਤੋਂ ਰੋਕਦੇ ਹਨ, ਕਾਗਰ ਕਰਦੇ ਹਨ। ਜੇ ਨਾਮ ਚਰਨਾਂ ਵਿੱਚ ਮਨ ਲੱਗ ਜਾਏ
ਜੇ ਸਭ ਚਰਨ ਮਨ ਕਾਗਰ ਹੋ ਜਾਂਦਾ। ਇਸ ਤਰ੍ਹਾਂ ਜਿਨ੍ਹਾਂ ਮਹਾਤਮਾ ਰੱਬ ਦੇ ਪਿਆਰਾਂ ਦੇ ਚਰਨ ਕਮਲ ਨਾਲ ਪਿਆਰ ਹੈ। ਮਨ ਤਨ ਰਤਾ ਸੱਚ ਰੰਗ, ਸਾਵਣ ਸਰਸੀ ਕਾਮਣੀ ਉਹ ਸਹਿਤ ਰਸ ਦੇ ਬੜੇ ਅਦਭੁਤ ਦੇ ਹੋ ਜਾਂਦੇ। ਉਹਨਾਂ ਗੁਰੂ ਗਾਥਾ ਮਨ ਤਨ ਰਤਾ ਸੱਚ ਨਾਮ, ਇੱਕੋ ਨਾਮਦਾਰ ਮਨ ਤਨ ਰਤਾ ਸੱਚ ਨਾਮ। ਉਹਨਾਂ ਪ੍ਰੇਮੀ ਸਾਧੂ ਮਹਾਤਮਾ ਸਭੀਆਂ ਪਰਮਾਤਮਾ ਦਾ ਮਨ ਤਨ ਰਤਾ ਇੱਕ ਰੰਗ। ਮਨ ਵੀ ਸਰੀਰ ਵੀ ਰੰਗ ਦਾ ਆਨੰਦ ਪਰਮਾਤਮਾ ਦੇ ਨਾਲ ਲੀਨ ਹੈ, ਜੁੜਿਆ ਹੋਇਆ ਹੈ। ਮਨ ਵੀ ਮਨ ਪੁਰਨੇ ਨੇੜਾਂ ਦਾ, ਸਰੀਰ ਕੋ ਕਰਮ ਕਰਦਾ ਹੀ ਨਹੀਂ, ਰੱਬ ਦੇ ਰੰਗ ਵਿੱਚ ਰਤਿਆ ਹੋਇਆ। ਮਨ ਦਾ ਰਤਾ ਸੱਚ ਰੰਗ, ਸੱਚੇ ਪਰਮਾਤਮਾ ਦੇ ਆਨੰਦ ਦੇ ਵਿੱਚ ਰੰਗੇ ਪਏ ਹੈ। ਸਰੀਰ ਨਾਲ ਹੀ ਪੂਰਾ ਸਿਮਰਨ ਕਰਦੇ हैं, रोम रोम जाप हो रहा है। मन भी पुरनत रहत हो गए जाप कर रहा हूँ। इंद्रिय भी तरो तरियां रसना गिद्दी बोलत राम, करना सुना का पिंदा सब ते जाना उसका होंदा। रस नाल बाणी चले साह जान हमें चले चलने, संगत वाल पैर जाते ही नहीं। इस तरह वाहिगुरू के रंग जगते पे जाप रोम रोम हो रहा। जिमें कि कलगीधर दसवें आनंदपुर साहब तन्ना संग जी वाहिगुरू का जाप रो रोंदा हुंदा। कहते हो किमें जे, कहते कह वाहिगुरू एक बड़ा कहन तो रोमां आवाज वाहिगुरू 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 की सुन लग पई। ये होंदी वास्ता कदे कदे जेड़े अभ्यासी ना अभ्यासे वो पहला शुरू करते हैं वैखरी बाणी, मधुआ बाणी, बसंती बाणी, अगे तो अगे चलती है। रोम रोम जाप होना 72,02,000 है। शरीर की नाड़ियां जाप जाता है। नाड़ियां नाभि स्थान तो वैखरी बाणी सारे सर्विस करती है। फिर परा बाणी नाभि विचों और रोम रोम ते जाप होता है। चमड़ी में जाप रोम रोम ते ये वास्ता है। कई बार प्रेमियों ना वो पोटी वगन बहुत रंग आचर संत ने नानक राम में रंग वगन बहुत रंग आचर नानक राम में रंग। जेड़े साधु महात्मा सास गरास वाले उन्होंने बिरती रूप चीड़ी वाहिगुरू का जाप कर रही बोल रही है। अज्ञान की पह फुट गई, ज्ञान का हृदय विच प्रकाश हो गया। प्रकाश होने तो जिमें भी हम प्रकाश हो गया, पह फुट गई सूरज चढ़ूगा। इस तरह अनुभव हो जाता है। हम भी मिलूगा, हम भी मिलूगा, उडनी कब कर आवेगी। ये आस करन दी निशानियां हैं। जिवें भाई नंद लाल जी ने बयान किया, आ साडो रंग जार दो चश्म तौर काम गुण तो सो सरांत जानी बेकरारी। सिर हाथ तार
ਆਹ ਸ਼ਬਦ, ਆਹ ਸਵਾਲ ਬੜੇ ਠੰਡੇ ਹੋ ਗਏ ਨਾਲ। ਰੰਗ ਬਰਾਬ ਪੀਲਾ, ਕੰਮ ਖੁਰਦ ਨੂੰ ਘੱਟ ਬੜਾ ਲੋਕ ਨਾਲ ਲੋੜ ਕਰਦੇ ਨਹੀਂ। ਸੌਣ ਦਾ ਸੁਪਨਾ ਨਹੀਂ ਲੰਘੇ, ਹੁਣ ਵੀ ਮਿਲੂਗਾ, ਹੁਣ ਵੀ ਮਿਲੂਗਾ। ਇੰਤਜ਼ਾਰੀ ਪੱਕੀ ਹੈ ਮਨੁੱਖ ਸਰੀਰ ਵਿੱਚ ਮਿਲਣਾ। ਇਸ ਤਰ੍ਹਾਂ ਆਪਣੇ ਇੰਤਜ਼ਾਰ 'ਤੇ ਖੜ੍ਹੇ ਰਹਿੰਦੇ, ਮਿਲੂਗਾ ਹੀ ਮਿਲੂਗਾ ਹੀ। ਇਹ ਆਸ਼ਕਾਰਾਂ ਦੀਆਂ ਨਿਸ਼ਾਨੀਆਂ, ਰੱਬ ਦੇ ਪਿਆਰਿਆਂ ਦੀਆਂ। ਇਸ ਤਰ੍ਹਾਂ ਕਈ ਵਾਰ ਐਸੀ ਵਾਰਤਾ ਵੀ ਹੁੰਦੀ ਹੈ। ਇੱਕੋ ਨਾਮ ਆਧਾਰ, ਉਹਨਾਂ ਗੁਰਮੁਖਾਂ ਨੇ ਨਾ ਇੱਕ ਨਾਮ ਦਾ ਆਸਰਾ ਲਿਆ। ਤਾਪ ਤੀਰਥ ਉਹਨਾਂ ਯੋਗਾਂ ਦਾ ਧਰਮ ਹੈ, ਕਲਮੇ ਕੀਰਤ ਹਰਨਾਮਾ। ਪੁਰਾਤਨ ਯੁੱਗਾਂ ਵਿੱਚ ਤਪ ਕਰਨੇ, ਤੀਰਥ ਯਾਤਰਾ ਕਰਨੀ ਉਹ ਕਰਦੇ ਸੀ। ਹੁਣ ਤਾਂ ਕੱਲ੍ਹ ਕੇਵਲ ਨਾਮ ਆਧਾਰ ਹੈ। ਉਹਨਾਂ ਨੇ ਨਾਮ ਦਾ ਆਸਰਾ ਲਿਆ, ਸਾਰੇ ਆਸਰੇ ਛੱਡ ਗਏ। ਨਾਮ ਦਾ ਆਸਰਾ ਇੱਕ ਬੜੀ ਚੀਜ਼ ਹੈ, ਬਹੁਤ ਵੱਡੀ ਚੀਜ਼ ਹੈ। ਜਿਹਨੇ ਨਾਮ ਦਾ ਆਸਰਾ ਬਾਕੀ ਰਹਿ ਕੇ ਕਿਹਾ, ਕੋਈ ਭਰਾਵਾਂ ਦਾ ਆਸਰਾ ਲੈਂਦਾ ਹੈ, ਕੋਈ ਵਿਦਿਆ ਦਾ ਆਸਰਾ ਲੈਂਦਾ ਹੈ, ਕੋਈ ਸਾਧਨਾ ਦਾ ਆਸਰਾ ਲੈਂਦਾ ਹੈ, ਕੋਈ ਜਾਇਦਾਦ ਦਾ ਆਸਰਾ ਲੈਂਦਾ ਹੈ, ਕੋਈ ਫੌਜਾਂ ਦਾ ਹੀ ਆਸਰਾ ਲੈਂਦਾ ਹੈ, ਕੋਈ ਹੋਰ ਚੀਜ਼ ਜੋ ਜਾਇਦਾਦ ਦਾ ਆਸਰਾ ਲੈਂਦਾ ਹੈ, ਕੋਈ ਹੋਰ ਆਸਰੇ ਲਈ ਫਿਰਦੇ ਹਨ। ਪਰ ਉਹਨਾਂ ਗੁਰਮੁਖਾਂ ਨੇ ਇੱਕ ਨਾਮ ਦਾ ਆਸਰਾ ਲਿਆ ਹੈ। ਵਿਖਿਆ ਰੰਗ ਕੂੜਾਵਿਆ, ਗੁਰਮੁਖਾਂ ਨੇ ਸਮਝਿਆ ਵਿਖਿਆ ਵਿਸ਼ਿਆਂ ਦਾ ਜਿਹੜਾ ਰੰਗ ਹੈ ਕੂੜਾ ਹੀ ਆਇਆ ਹੋਇਆ ਹੈ, ਝੂਠਾ ਹੀ ਹੈ। ਹੱਥ ਨਾਲ ਲਾਏ ਕੁਸੁੰਬੜਾ ਜਨ ਜਾਸੀ, ਜਿਵੇਂ ਕੁਸੁੰਬੇ ਦਾ ਰੰਗ ਹੁੰਦਾ, ਚਾਰ ਕਣੀਆਂ ਪਹਿਣ ਤੋਂ ਹੀ ਲੱਥ ਜਾਂਦਾ ਹੈ। ਇਸ ਤਰ੍ਹਾਂ ਵੈਕੇਰਾ ਜਿਨ ਸਿਰ ਸੌਣ ਪੱਟੀਆਂ, ਮੰਗੀ ਪਾਏ ਸੰਦੂਰ, ਵਹਿਲਾਂ ਅੰਦਰੋਂ ਦੀਆਂ ਮਿਲਣਾ ਨੇੜੇ ਬੈਠ ਨਹੀਂ ਦਿੰਦੇ। ਇਹ ਜਿਹੜਾ ਮੈਗੀ ਬੜੇ ਕੋਈ ਮੈਗੀ ਰਚਨਾ ਵਿੱਚ ਬੜਾ ਕੁ ਖਾਂਦੇ ਹੈ, ਪੀਂਦੇ ਹੈ, ਝਟਕੇ ਹੋਰ ਡਾਕੇ ਮਾਰਦੇ, ਡਕੈਤਪਨਾ ਕਰਦੇ, ਪੁੱਠੇ ਜਿਹੇ ਕੰਮ ਮਾਇਆ ਬਾਡੇ ਖੇਡਦੇ ਹੈ। ਬੜਾ ਮੈਗੀ ਜਿਹੜਾ ਰੰਗ ਹੈ ਤਾਂ ਰੋਗ ਆਉਣ ਤੋਂ ਘੱਟ ਲੈ ਜਾਂਦਾ ਹੈ। ਗੁਰਮੁਖਾਂ ਨੇ ਜਾਣਾ ਜਿਹੜਾ ਮੈਗੀ ਰਚਨਾ ਹੈ ਇਹ ਤਾਂ ਝੂਠਾ ਹੀ ਹੈ, ਸਭ ਲੈ ਜਾਂਦਾ। ਗੁਰਮੁਖਾਂ ਜਿਹੜਾ ਵਿਸ਼ਾ ਦਾ ਰੰਗ ਹੈ ਇਹ ਤਾਂ ਲਾਹਣਤਾ ਪਵਾਉਂਦਾ, ਲਾਹਣਤਾਂ ਜਿਵੇਂ ਰਾਵਣ ਵਰਗੇ ਨੂੰ ਲਾਹਣਤਾਂ ਪਵਾਤੀਆਂ, ਇਹ ਤਾਂ ਇਹ ਜਿਹਾ ਹੀ ਹੈ, ਝੂਠਾ ਹੀ ਹੈ, ਮਾੜਾ ਹੀ ਹੈ। ਇੱਥੇ ਵੀ ਲਾਹਣਤਾਂ ਮਰ ਕੇ ਉਹ ਲਾਹਣਤਾਂ ਹੀ ਪੈਂਦੀਆਂ ਤਰਕਾਰਾਂ, ਉਹ ਵਕਾਰੇ ਖੇ ਖਰਾਬੇ ਹੁੰਦੇ ਮਰ ਕੇ ਵੀ ਜੁਨਾ ਵਿੱਚ ਮੋਇਆ ਵਾਲੇ। ਦਿਸਨ ਸਭੇ ਸ਼ਾਰ, ਗੁਰਮੁਖਾਂ ਦੀ ਨਿਗਾਹ ਸਾਰੇ ਸੁਆਈ ਹਨ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਸਾਹ ਸਮਝੀ ਇੱਕ ਨਛੱਤਰ ਦੀ ਸ਼ਾਂਤੀ ਬੂੰਦ ਕਹਿੰਦੇ ਆ। ਛੋਟੀ ਜਿਹੀ ਵਰਦੀ ਮਹਾਂਪੁਰਖ ਦੱਸਦੇ ਹਨ, ਉਹ ਬੜੀ ਚੰਗੀ ਹੁੰਦੀ ਹੈ, ਬੜੇ ਗੁਣ ਹਨ। ਜਿਹੜੀ ਸ਼ਾਂਤੀ ਬੂੰਦੀ ਹੈ ਨਾ, ਉਹ ਕਲਰ ਵਿੱਚ ਪੈ ਜਾਵੇ ਤੱਤ ਨੂੰ ਨਜਾਈ ਬਣਾ ਦਿੰਦੀ ਹੈ। ਗੰਜਤ ਪੈ ਸਿਰ ਉੱਤੇ ਕੇਸ ਉੱਗਦੇ ਆ, ਬੰਜੇ 'ਤੇ ਪੈ ਜਾਓ ਕਿਸੇ ਮਨੁੱਖ ਦੇ ਰਾਜਾ ਬਣਾ ਦਿੰਦੀ ਆ, ਅਤੇ ਕੇਲੇ 'ਤੇ ਪੈ ਮੁਸ਼ਕਪੂਰ ਟਲ ਦੇ ਮੁਸ਼ਕਪੂਰ ਬਣਾ ਦਿੰਦੀ ਆ। ਉਹਦੇ ਵਿੱਚ ਬੜੀਆਂ ਖੂਬੀਆਂ ਹਨ, ਬਹੁਤ ਗੁਣ ਹਨ।
ਇਸ ਤਰ੍ਹਾਂ ਗੁਰੂ ਰੂਪ ਬਦਲ ਪਨਗੜ ਗੋਬਿੰਦ ਰੂਪ। ਗੁਰੂ ਰੂਪ ਜਿਵੇਂ ਉਹ ਸਵਾਂਤੀ ਬੂੰਦ ਨੂੰ ਪਪੀਹੇ ਹੁੰਦੇ ਨਾ ਜਿਹੜੇ, ਇਹਨਾਂ ਦੇ ਗਲੇ ਵਿੱਚ ਸੁਰਾਖ ਹੁੰਦਾ ਹੈ। ਸਰੋਵਰਾਂ ਆਦਿ ਦਾ ਪਾਣੀ ਇਹਨਾਂ ਦੇ ਅੰਦਰ ਨਹੀਂ ਜਾਂਦਾ। ਵਰਖਾ ਹੋਣ ਤਾਂ ਮੂੰਹ ਅੱਡ ਕੇ ਪੈ ਜਾਂਦੇ, ਸਵਾਂਤੀ ਬੂੰਦ ਜਾਂਦੀ ਅੰਦਰ, ਉਹਦੇ ਨਾਲ ਇਹ ਤਰੇ ਨੂੰ ਮੇਟ ਲੈਂਦੇ ਆ, ਤ੍ਰਿਪਤ ਹੋ ਜਾਂਦੇ ਆ। ਇਸ ਤਰ੍ਹਾਂ ਜਿਹੜੇ ਗੁਰਮੁਖਾਂ ਸਾਧੂ ਮਹਾਤਮਾ ਉਹਨਾਂ ਦੇ ਚੇਤਰ ਵੀ ਹੋਏ ਹਨ, ਸਿਵਨ ਪਾਠ ਦੇ ਖੰਭ ਲੱਗੇ ਹਨ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦੀ ਕੀਰਤ ਦੀ ਗੱਜ ਪਾਉਂਦੇ ਆ, ਉਪਦੇਸ਼ ਦੀ ਵਸ ਕਰਦੇ ਆ, ਗੁਰਾਂ ਦੇ ਉਪਦੇਸ਼ ਦੀ ਨਾਮ ਪ੍ਰਗਟਾ ਦੀ ਸ਼ਾਂਤੀ ਬੂੰਦ ਗੁਰੂ ਪਿਆਰੇ ਪਰਮਾਤਮਾ ਦੇ ਪਿਆਰੇ ਧਾਰਨ ਕਰ ਲੈਂਦੇ ਹਨ। ਜਿਹੜੇ ਧਾਰਨ ਕਰਦੇ ਨਾ ਉਹ ਰੱਬ ਦੇ ਪਿਆਰੇ, ਜਿਵੇਂ ਟਾਹਲੀ 'ਤੇ ਪੈ ਕੇਲੇ 'ਤੇ ਮੁਸਤੂਰ ਬਣ ਜਾਂਦੀ ਹੈ, ਇਸ ਤਰ੍ਹਾਂ ਜਿਹੜੇ ਉਸ ਬੂੰਦ ਨੂੰ ਗੁਰਾਂ ਦੇ ਉਪਦੇਸ਼ ਸ਼ਾਂਤੀ ਬੂੰਦ ਨੂੰ ਨਾਮ ਉਪਦੇਸ਼ ਨੂੰ ਧਾਰਨ ਕਰਦੇ ਜਨਮਾਂ ਜਨਮਾਂ ਦੀ ਵਿਛੋੜੇ ਦੀ ਤ੍ਰੇ ਮਿਟ ਲੈਂਦੇ ਹਨ। ਜਿਹੜੇ ਟਾਹਲੀ ਵਾਂਗ ਉਪਾਸਕ ਹਨ ਉਹ ਪ੍ਰੇਮ ਰੂਪੀ ਮੁਸ਼ਕਪੁਰ ਪ੍ਰਾਪਤ ਕਰਦੇ ਹਨ, ਅਤੇ ਜਿਹੜੇ ਬੇਰੀ ਵਾਂਗ ਹਨ ਉਹ ਭਗਤੀ ਪ੍ਰੇਮਾ ਰੂਪੀ ਮੁਸ਼ਕਪੁਰ ਕਾ ਪੈਦਾ ਕਰ ਲੈਂਦੇ ਹਨ। ਵਰਖਾ ਹੋਣ ਤੋਂ ਜਿਵੇਂ ਕਿ ਅੱਕ ਹੁੰਦੇ ਆ, ਪੱਤੇ ਡਿੱਗ ਪੈਂਦੇ, ਦੁੱਧ ਚੋ ਜਾਂਦਾ ਹੈ ਅਤੇ ਜਵਾਹ ਜੜੋਂ ਹੀ ਸੜ ਜਾਂਦਾ ਹੈ। ਨਾਨਕ ਸਾਵਣ ਜੇ ਵਸੈ ਚਾਹੋ ਅਮਾਹਾ ਹੋਏ, ਨਾਗਾ ਮਿਰਗਾ ਪਛਿਆ ਰਸੀਆਂ ਤਨ ਹੋਏ। ਨਾਨਕ ਸਾਵਣ ਜੇ ਚਾਹੋ ਵਿਛੋੜਾ ਹੋਏ, ਗਾਈ ਪੋਤਾ ਨਿਰਤਨਾ ਪੰਥੀ ਚਾਕਰ ਹੋਏ। ਵਰਖਾ ਹੋਣ ਤੋਂ ਮੀਂਹ ਜ਼ਿਆਦਾ ਪੈਣ ਤੋਂ ਪੰਥੀ ਜਿਹੜੇ ਕਿ ਵਿਚਾਰੇ ਗੈਰ ਮੁਲਕਾਂ ਤੱਕ ਰੋਜੀ ਵਾਸਤੇ ਤੁਰੇ ਫਿਰਦੇ ਆ, ਵਰਖਾ ਹੋਣ ਤੋਂ ਨਦੀਆਂ ਚੜ੍ਹ ਪੈਂਦੀਆਂ, ਅੱਡਣਾ ਪੈਂਦਾ ਹੈ। ਚਾਕਰ ਜਿਹੜੇ ਨੌਕਰ ਹੈ ਮਾਲਕਾਂ ਦੇ ਚੱਲ ਵੀ ਚੱਲ ਉੱਥੇ ਪਰਿਵਾਰ ਤਾਂ ਉਹ ਛੋੜਾ ਹੁੰਦਾ, ਉਹਨਾਂ ਦੇ ਤਾਈਂ ਅਤੇ ਨਾਨਕ ਸਾਹਿਬ ਨੂੰ ਜਿਹੜਾ ਚਾਰਾਂ ਦਾ ਵਿਛੋੜਾ ਨਾਨਕ ਸਾਹਿਬ ਨੇ ਚਾਹੋ ਅਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਧਨ ਸੋਹੇ। ਜਿਹੜੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਵਰਖਾ ਕਰ ਰਹੇ ਹਨ, ਉਸ ਉਪਦੇਸ਼ ਨੂੰ ਧਾਰਦੇ ਨਹੀਂ, ਉਹ ਰੱਬ ਤੇ ਨਾਮ ਦੇ ਧਾਰ ਤੋਂ ਰੱਬ ਨਾਲੋਂ ਵਿਛੜ ਜਾਂਦੇ ਹਨ। ਗਾਏ ਪੁੱਤਾ ਗਊ ਦਾ ਪੁੱਤ ਜਿਵੇਂ ਬੈਲ ਆਲਸੀ ਹੁੰਦਾ, ਦਲੇਦਰ ਉਪਦੇਸ਼ ਧਾਰਦੇ ਨਹੀਂ। ਉਹਨਾਂ ਦਾ ਵਿਛੋੜਾ ਗਾਏ ਪੁੱਤਾ ਨਿਰਤਨਾ, ਜਿਨ੍ਹਾਂ ਕੋਲ ਨਾਮ ਹੈ ਨਹੀਂ, ਭੋਰਾ ਵੀ ਜਪਦੇ ਨਹੀਂ, ਰੱਬ ਤਾਂ ਵਿਛੋੜਾ। ਪੰਥੀ ਉਹ ਜਿਹੜੇ ਹੋਰੇ ਰਾਤੇ ਪਏ ਆ, ਕੋਈ ਅੰਨੇ ਦੀ ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰਹਿੰਦੇ, ਘੋੜ ਮਗਾ ਹੋਰੇ ਪਏ। ਚਾਕਰ ਉਹ ਜਿਹੜੇ ਦੇਵੀ ਦੇਵਤਿਆਂ ਦੇ ਚਾਕਰ ਬਣੇ ਫਿਰਦੇ, ਹੋਰੇ ਪਾਸੇ ਲੱਗੇ, ਇਹਨਾਂ ਦਾ ਵਿਛੋੜਾ ਨਾਨਕ ਸਾਹਿਬ ਨੇ ਚਾਹੋ ਅਮਾਹ ਹੋਏ, ਨਾਗਾਂ ਮਿਰਗਾਂ ਮੱਛੀਆਂ। ਗੁਰੂ ਮਹਾਰਾਜ ਦੇਸ਼ ਦੀ ਵਰਖਾ ਕਰਦੇ ਹਨ, ਜਿਹੜੇ ਧਾਰਦੇ ਗੁਰੂ ਮਹਾਰਾਜ ਦੇ ਦੇਸ਼ ਨੂੰ। ਨਾਗਨ ਹੋਵਾਂ ਤਰ ਸਾਂਝੀ ਜਾਂ ਸਰਸਾਰ। ਨਾਗਾਂ ਵਾਂਗ
ਜਿਹੜੇ ਰੱਬ ਦੇ ਪਿਆਰੇ ਆ, ਜਿਹੜੇ ਸਾਰਾ ਕੁਝ ਛੱਡ ਗਏ, ਨਾਗਾਂ ਵਿੱਚ ਬਰਾਗੀ ਦੇ ਘਰ ਵੰਡ ਸੰਤ ਤੇ ਪੂਰੇ ਸੰਸਾਰ। ਨਾਗੀ ਜਿਹੜੇ ਨਾ ਵਨ ਪ੍ਰਸਤੀ ਹਨ, ਨਾਗਾਂ ਵਾਂਗ। ਰਿਦਾ ਹੋ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿਨਾ ਵਾਸ, ਕੱਕਰ ਚੁਗਣ ਥਲ ਰੱਬ ਨਾ ਛੋੜਨ ਪਾਸ। ਉਹਨਾਂ ਦਾ ਮੇਲ ਹੁੰਦਾ। ਜਾਲ ਵਸਾਂ ਜਿਹੜੇ ਕਿ ਕ੍ਰਿਸ਼ਤੀ ਲੋਕ, ਜਿਹੜੀ ਮਨੁੱਖ ਦੇ ਔੜ ਲੱਗੇ ਨਾ, ਔੜ ਵਕਾਰਾਂ ਦੇ, ਇਹ ਸਾਧ ਸੰਗਤ ਜਲ ਨਾਲ ਦੂਰ ਹੁੰਦੀ ਹੈ। ਜਿਹੜੇ ਰੱਬ ਦੇ ਪਿਆਰੇ ਹਨ, ਘਰ ਨੂੰ ਬਿਲਕੁਲ ਮੋਹ ਨਹੀਂ ਕਰਦੇ। ਜਿਵੇਂ ਬਾਹਰ ਵਾਸਤੇ ਇਸ ਤਰ੍ਹਾਂ ਹੀ ਰਹਿੰਦੇ ਕਰਦੇ ਹਨ। ਮੱਛੀਆਂ ਜਿਵੇਂ ਪਾਣੀ ਯਾਦ ਕੋ ਸੁੱਕਣਾ, ਜਿਹੜੇ ਕਿ ਗ੍ਰਸਤੀ ਲੋਕ ਹਨ, ਗੁਰੂ ਦੇਵ ਦੀ ਕੀਰਤਨ ਗਰਜ ਸੁਣ ਕੇ, ਉਪਦੇਸ਼ ਸੁਣ ਕੇ ਰੋਲਾ ਕਰਦੇ ਸਭ ਪਰਿਵਾਰ ਚੜਾਇਆ ਵੇੜੇ ਕਬੀਰ ਵਾਂਗ। ਇਹਨਾਂ ਨੂੰ ਸ਼ਾਹ ਹੁੰਦਾ ਹੈ ਹਰ ਅੰਮ੍ਰਿਤ ਬੂੰਦ ਸੁਹਾਵਣੀ। ਉਹ ਜਿਹੜੇ ਅੰਮ੍ਰਿਤ ਰੂਪ ਬੂੰਦ ਹੈ ਨਾ, ਅੰਮ੍ਰਿਤ ਗੁਰੂ ਮਹਾਰਾਜ ਦੇ ਨਾਮ ਅੰਮ੍ਰਿਤ ਦੀ ਬੂੰਦ ਹੈ, ਸ਼ਾਂਤੀ ਬੂੰਦ ਹੈ, ਨਾਮ ਦੀ ਬੂੰਦ ਹੈ। ਉਹ ਬੜੀ ਸ਼ੋਭਨੀਕ ਹੈ। ਮਿਲ ਸਾਧੂ ਪੀਵਣ ਹਾਰ। ਜਿਵੇਂ ਕੋਈ ਇਕੱਠੇ ਹੋ ਕੇ ਨਾ ਮੀਂਹ ਵਿੱਚ ਮੂੰਹ ਅੱਡ ਕੇ ਪੈਰ ਦੇ ਪੀ ਕੇ ਤ੍ਰਿਪਾਉਂਦੇ ਹੈ। ਇਹ ਜਿਹੜੀ ਨਾਮ ਅੰਮ੍ਰਿਤ ਦੀ ਬੂੰਦ ਹੈ, ਸ਼ਾਂਤੀ ਵਿਦੇਸ਼ ਹੈ। ਸਾਧੂਆਂ ਦੀ ਸੰਗਤ ਹੀ ਮਿਲਦੀ ਹੈ। ਜਿਹੜੇ ਪਰਮਾਤਮਾ ਦੇ ਪਿਆਰੇ ਹੈ, ਭਜਨੀਕ ਹੈ, ਉਹਨਾਂ ਦੀ ਸੰਗਤ ਮਿਲਦੀ ਹੈ। ਗੁਰੂ ਕਿਰਪਾ ਕਰਨ ਸੰਗਤ ਹੋਏ ਸਾਧੂਆਂ ਦੀ, ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ ਹੈ। ਸਾਧ ਜਾਣੇ ਸਾਧਿਆ ਮਨ ਕੋਏ, ਅਸਾਧ ਮਨ ਜਿਹਨੇ ਸਾਧਿਆ, ਉਹਨਾਂ ਦੀ ਸੰਗਤ ਮਿਲ ਕੇ ਜਪਨ ਰੂਪ ਸੇਵਨ ਕਰ ਆਪ ਪੀਂਦੀ ਹੈ। ਜਿਸ ਕਰਕੇ ਵਕਾਰਾਂ ਦੀ ਔੜ ਚੁੱਕ ਜਾਂਦੀ ਹੈ, ਸੰਤੋਖ ਹੋ ਜਾਂਦਾ ਹੈ। ਵਣ ਤਿਣ ਪ੍ਰਭ ਸੰਗ ਮੌਲਿਆ। ਜਿਵੇਂ ਵਰਖਾ ਵੇਲੇ ਸਾਰੇ ਪ੍ਰਫੁੱਲਤ ਹੁੰਦੇ ਹਨ, ਇਸ ਤਰ੍ਹਾਂ ਜਦੋਂ ਗੁਰੂ ਰੂਪ ਬੱਦਲ ਕੀਰਤਨ ਦੀ ਗੱਜ ਪਾਉਂਦੇ ਹਨ, ਵਣ ਸਰੀਰ ਤਿੰਨ ਇੰਦਰੇ ਮੌਲੇ ਦਾ ਪ੍ਰਫੁੱਲਤ ਹੋ ਜਾਂਦੇ, ਖਿੜਦੇ ਹਨ। ਇੰਦਰੀਏ ਵੀ, ਮਨ ਵੀ, ਬੁੱਧ ਵੀ, ਸਰੀਰ ਵੀ ਸਾਰੇ ਕੋ ਪ੍ਰਫੁੱਲਤ ਹੋ ਜਾਂਦੇ। ਇੰਦਰੇ ਵੀ ਸਾਰੇ ਪ੍ਰਫੁੱਲਤ ਹੋ ਜਾਂਦੇ ਹਨ। ਸਮਰਥ ਪੁਰਖ ਅਪਾਰ। ਉਹ ਕੈਸਾ ਹੈ ਪਰਮਾਤਮਾ, ਜਿਹਦੀ ਸੰਗਤ ਮਿਲ ਕਰਕੇ ਪ੍ਰੇਮ ਜਲ ਹਾਸਲ ਕਰਕੇ ਵਿਸਰੇ ਔਰ ਸਮਰਥ ਪੁਰਖ ਅਪਾਰ। ਉਹ ਸਮਰਥ ਹੈ, ਹਰਨ ਪਾਰ ਜਾਗਾ ਨੇਤਰ ਸਮਰਥ ਹੈ। ਉਹ ਪਰਮਾਤਮਾ ਸਮਰਥ ਹੈ। ਮਾਂ ਦੇ ਉਦਰ ਵਿੱਚ ਪਾਲਣਾ ਕੀਤੀ ਹੈ, ਹੁਣ ਵੀ ਉਹ ਗੋਪਾਲ ਹੈ, ਰੱਖਿਆ ਕਰ ਰਿਹਾ ਹੈ, ਅੱਗੇ ਨੂੰ ਵੀ ਉਹੀ ਰੱਖਿਆ ਕਰੇਗਾ। ਸਮਰੱਥ ਉਤਪਤੀ ਲੈਦਾ ਕਰਨ ਸਮਰੱਥ ਹੈ ਪਰਮਾਤਮਾ। ਪੇਸ਼ਾ ਵੀ ਪਰਮਾਤਮਾ ਗੋਪਾਲ ਨੇ ਪੈਦਾ ਕੀਤੇ, ਸ੍ਰਿਸ਼ਟੀ ਰੱਖਿਆ ਕਰ ਰਿਹਾ, ਹੁਣ ਵੀ ਅੱਗੇ ਨੂੰ ਵੀ ਹੋਵੇਗਾ। ਸਮਰਥ ਪੁਰਖ ਉਹ ਪਰਮਾਤਮਾ ਸਮਰੱਥ ਹੈ। ਜਾਗਤਵਾਦ ਦੀ ਕਿਰਿਆ ਕਰਨ ਨੂੰ, ਸੁਪਨਵਾਦ ਦੀ ਕਿਰਿਆ ਕਰਨ ਨੂੰ, ਸਪੋਤਵਾਦਤਾ ਨੂੰ ਸਮਰਥ ਪੁਰਖ ਪਾਰ ਉਹ ਸਮਰੱਥ ਹੈ। ਔਗਣ ਮੇਟਣ ਨੂੰ ਪੁਰਖ ਗੁਣਾਂ ਨੂੰ ਲਗੜਾ ਪੂਰਨ ਕਰਨ, ਅਪਾਰ ਬੇਅੰਤਾਂ ਦੀ ਕਲਿਆਣ ਕੀਤੀ ਉਸ ਮਹਾਕਾਲ ਪੁਰਖ ਬੇਅੰਤੇ
ਕਲਿਆਣ ਮੁਕਤਿ ਤੇ ਉਸ ਪਰਮਾਤਮਾ ਨੇ। ਹਰ ਮਿਲਣੈ ਨੂੰ ਮਨ ਲੋਚਦਾ। ਸਾਧੂ ਮਹਾਤਮਾ ਸਖੀਆਂ ਦਾ ਪਰਮਾਤਮਾ ਦਾ ਉਸ ਰੱਬ ਦੇ ਨਾਲ ਮਿਲਣ ਵਾਸਤੇ ਬੜਾ ਪ੍ਰਯਤਨ ਹੈ, ਬੜਾ ਕੁਝ ਹੈ। ਸੁਭਾਗਿਆਂ ਦਾ ਮਨ ਲੋਚਦਾ ਮਿਲਵਾ ਤੇ ਗੁਰੂ ਜਿਹੜੇ ਰੱਬ ਦੇ ਪਿਆਰੇ ਹਨ, ਪਰਮਾਰਥਵਾਦੀ ਹਨ, ਦਿਲ ਦਰਿਆ ਦਾ ਨਹੀਂ ਕਰਦਾ ਮਨ। ਜੇ ਮੈਂ ਸਾਵਣ ਸਾਸੀ ਚਰਨ ਕਮਲ ਸਭ ਪਿਆਰ। ਇੱਕ ਰਾਜਾ ਹੈ, ਭਜਨੀਕ ਦਾਨੀ ਪੁੰਨੀ ਹੈ, ਕਾਰਜ ਦੇ ਸਾਧਨ ਬੜੇ ਚੰਗੇ ਅਪਣਾਏ ਹੋਏ ਹਨ। ਪਰ ਬਿਆਨ ਦੇ ਜਿਹੜੀ ਆਈ ਨਾ ਉਹ ਬੜੇ ਫੈਸ਼ਨ ਕਰਾਤੇ। ਉਹ ਭਜਨ ਕਰਦਾ, ਉਹ ਕਹਿੰਦੇ ਹੁਣ ਹਾਲੇ ਤਾਂ ਉਮਰ ਕੁਝ ਵੀ ਨਹੀਂ, ਉਹ ਵੱਡੀ ਉਮਰ ਹੋਣ ਤੋਂ ਕਰ ਲਵਾਂਗੇ, ਹੁਣ ਨਾ ਇਸ ਤਰ੍ਹਾਂ ਨਾ ਕਰ। ਉਹ ਬੜਾ ਗੁੱਸਾ ਗਿਲਾ ਆਉਂਦਾ, ਮਰਦ ਹਟਦੇ ਨਹੀਂ, ਹਠੇਲੇ ਕਹਿੰਦੇ ਬੜਾ ਇਹ ਤਾਂ ਅੜਿੱਕਾ ਲਾਉਂਦੀ ਹੈ, ਕਰਾਂ ਕੀ? ਸਾਰੇ ਘਰ ਕੋਲ ਨੂੰ ਵੀ ਰਾਜੇ ਨੂੰ ਵੀ ਸਾਰਾ ਪਤਾ ਕੋਈ ਗੱਲ, ਕੋਈ ਇਲਾਜ ਨਹੀਂ ਹੈ। ਕਹਿੰਦੇ ਕਰਾਂ ਤੇ ਕਰਾਂ ਕੀ ਹੁਣ ਮੈਂ? ਇੱਕ ਬਾਹਰ ਸਾਧੂ ਮਹਾਤਮਾ ਕੋਠੀਆਂ ਬਣਾ ਕੇ ਰਹਿੰਦੇ ਸੀ। ਐਸੇ ਰਾਜੇ ਦੇ ਸ਼ਰਧਾਲੂ ਸੰਤ ਮਹਾਤਮਾ ਉਹਨਾਂ ਕੋਲ ਬੇਨਤੀ ਕੀਤੀ, ਕਹਿੰਦੇ ਗੱਲ ਇਸ ਤਰ੍ਹਾਂ ਬੇਸੁਰੀ ਜੀ ਹੋ ਗਈ, ਬਿਆੰਦੜ ਕੁਛ ਹੋਰ ਫੈਸ਼ਨ ਫਰਾਤੀ ਯਾਰ ਸ਼ਿੰਗਾਰ। ਮੇਰਾ ਸੁਭਾਅ ਕੁਛ ਸਾਦਾ ਜਿਹਾ ਹੀ ਹੈ, ਤੁਹਾਡੇ ਵਰਗੇ ਸਾਧੂਆਂ ਦੀ ਪਹਿਲਾਂ ਤੋਂ ਹੀ ਬਚਪਨ ਵਿੱਚ ਸੰਗਾਉਣ ਤੋਂ ਕੋਈ ਕਰੋ ਜੀ ਕਿਰਪਾ। ਕਹਿੰਦੇ ਚੰਗਾ ਭਾਈ, ਦੇਖਦੇ ਜੇ ਕੁਛ ਮਹਾਰਾਜ ਕਿਰਪਾ ਕਰਨਗੇ ਪਰੇੜਦੇ ਹਾਂ ਕੁਛ। ਕਹਿੰਦੇ ਇਉਂ ਕਰੋ, ਆ ਕੇ ਸੱਦ ਲਏ ਸਾਧੂ ਮਹਾਤਮਾ ਦੇ ਘਰੇ ਰਹਿਣ ਲੱਗ ਕੇ 2-3 ਦਿਨ। ਆਖਣ ਲੱਗੇ, ਕਹਿੰਦੇ ਬਈ ਰਾਜਾ ਸਾਹਿਬ, ਹਾਂ ਸਾਡਾ ਅੱਜ ਕੋਈ ਸੈਲ ਕਰਨ ਨੂੰ ਖਿਆਲ ਜਿਹਾ ਕਰਦਾ। ਅੱਛਾ ਜੀ, ਪਰ ਤੁਸੀਂ ਦੋਏ ਰਾਜਾ ਰਾਣੀ ਨਾਲ ਚਲੋ ਤਾਂ ਹੈ। ਕਹਿੰਦੇ ਹਾਂ ਜੀ ਹਾਂ, ਤੁਹਾਡੇ ਵੱਜ ਮੈਂ ਮੋੜ ਸਕਦੀ ਹਾਂ। ਚਲੇ ਗਏ। ਅੱਗੇ ਮਕਈ ਦਾ ਖੇਤ ਸੀ, ਬੜਾ ਤਕੜਾ ਪ੍ਰਫੁੱਲਤ। ਕਿਸੇ ਢੰਗ ਦਲੀਲੇ ਨਾਲ ਸਾਧੂ ਮਹਾਤਮਾ ਸਮਝਾਉਂਦੇ ਹੁੰਦੇ ਨਾ, ਕਹਿੰਦੇ ਚੰਗਾ ਰਾਜਾ ਸਾਹਿਬ, ਆਪਾਂ ਇਉਂ ਕਰਦੇ ਹਾਂ, ਆਪਾਂ ਮਕਈ ਦੇ ਵਿੱਚ ਲੰਘ ਕੇ ਨਾ ਦੂਜੇ ਪਾਸੇ ਜਾ ਖੜਦੇ ਹਾਂ। ਤੂੰ ਭਾਈ ਬੀਬੀ ਰਾਣੀ ਜੀ ਛੱਲੀ ਤੋੜ ਕੇ ਲੈ, ਜਿਹੜੀ ਤੈਨੂੰ ਚੰਗੀ ਤੋਂ ਚੰਗੀ ਲੱਗੇ। ਕਹਿੰਦੇ ਸੰਤਵਾਚੜ ਜੀ ਉਹ ਤਾਂ ਖੇਤ ਦੇ ਪਰਲੇ ਪਾਸੇ ਜਾ ਖਲੋਤੇ, ਇਹ ਛੱਲੀਆਂ ਲੱਗੀ ਤੋੜਨ, ਆ ਵੀ ਚੰਗੀ ਹੈ, ਇਸ ਨਾਲੋਂ ਆ ਵੀ ਚੰਗੀ ਹੈ, ਇਸ ਨਾਲੋਂ ਆ ਬੱਲੇ ਬੱਲੇ, ਇਹਦੇ ਦਾਣੇ ਚਿੱਟੇ ਹੈ, ਬਹੁਤ ਵਧੀਆ। ਤੋੜੇ ਲੈਣੀਆਂ, ਤੋੜੇ ਲੈਣੀਆਂ, ਹੁਣ ਤੋੜਦੀਆਂ, ਹੁਣ ਤੋੜ ਲੈਂਦੀਆਂ। ਦਲੀਲਬਾਜ਼ੀ ਕਰਦੀ, ਵਿਚਾਰ ਕਰਦੀ, ਉਹ ਜਿੱਥੇ ਸੰਤ ਖੜੇ ਉੱਥੇ ਚਲੇ ਗਏ। ਕਹਿੰਦੇ ਬੀਬੀ ਕੀ ਕੀਤਾ? ਉੱਧਰ ਮਹਾਤਮਾ ਜੀ ਛੱਲੀਆਂ ਬੜੀ ਚੰਗੀਆਂ ਲੱਗੀਆਂ, ਬਹੁਤ ਵਧੀਆ ਤਾਂ ਵਧੀਆ, ਹੁਣ ਤੋੜਦੀਆਂ, ਹੁਣ ਤੋੜਦੀਆਂ। ਉਹ ਤੋੜ ਇੱਕ ਵੀ ਨਹੀਂ ਹੋਈ। ਕਹਿੰਦਾ ਇਤਰੀਆਂ ਜਿਹੜਾ ਸੰਸਾਰ ਹੈ ਸਭ ਸਬਜ਼ ਹੈ, ਪਦਾਰਥਾਂ ਕਰਕੇ ਬੜਾ ਸਬਜ਼ ਹੈ। ਮੈਂ ਕੀ ਰਚਨਾ ਕਰ ਖਾਣ ਪੀਣ ਭੋਗ ਪਹਿਨਣ ਬੜਾ ਕੁਝ ਹੈ। ਬੰਦਾ ਵਿਚਾਰ ਕਰਦਾ ਹਾਲੇ ਤਾਂ ਚਲੋ ਉਮਰ ਥੋੜ੍ਹੀ ਹੈ,
और आ भी करके देख लिए, यहाँ भी करके देख लिए, बड़े नखरे ये करता। हुण भी छली तोड़ लांगे, हुण भी छली तोड़ लांगे, हुण भी छली तोड़ लांगे। तोड़दा तोड़दा वडेपा रस लंदा। फिर भगती रूपी छली किथे टुटदी है, आपे सरीर नहीं साम आउंदा। कहंदे बेटी राणी समझ के कहते हाँ जी बस ठीक है, सुधार हो गया सी। इस तरह हरदास नूं मन लोचदा, बड़ा चाहता है कर्म लावनहार, जिहड़े निष्काम कर्म हैं कहो फल की शकेवल पाके साथ है, वो निष्काम कर्म या कर्म कर्म बख्शे या कर्म गुरु जी कृपा करन। जिन्हां दे कर्म बख्शी होए उन्हां दे संग देन कृपा करन तां ਸਰੂਪ ਵਿੱਚ ਮਿਲਦੇ ਆਪੇ ਨਿਸ਼ਚੈ ਆਨੰਦ ਮਾਣੀਦਾ ਹੈ। ਜਿਨੀ ਸਖੀਏ ਪ੍ਰਭ ਪਾਇਆ, ਇਹ ਸਾਧੂ ਮਹਾਤਮਾ ਜਿਨ੍ਹਾਂ ਸਖੀ ਮਹਾਤਮਾ ਰੱਬ ਦੇ ਪਿਆਰਿਆਂ ਨੇ ਧਰਮਾਤਮਾ ਨੇ ਬੜੀ ਮਿਹਨਤ ਕੀਤੀ, ਬੜੀ ਕਮਾਈ ਕੀਤੀ, ਰਾਹ ਦਿਨੇ ਲਗੇ ਰੱਬ ਨੂੰ ਸਖਿਆਤ ਕਰ ਲਿਆ। ਹਉ ਤਿਨ ਕੈ ਸਦ ਬਲਿਹਾਰ, ਆਪਾਂ ਘੁੰਮਾਂ ਜਾਈਏ, ਬਲਿਹਾਰ ਹੁੰਦਾ ਬਲਹਾਰ, ਬਲ ਤਾਕਤ ਹਾਰਨੀ। ਜਿਹੜੇ ਚਾਰ ਭਰਾਵਾਂ ਦਾ ਬਲ ਉਹ ਵੀ ਹਾਰ ਦੇਣਾ, ਕੋਈ ਧਨ ਦਾ ਬਲ ਉਹ ਵੀ ਹਾਰ ਦੇਣਾ, ਕੋਈ ਸਾਧਨਾ ਦਾ ਬਲ ਉਹ ਵੀ ਹਾਰ ਦੇਣਾ, ਕੋਈ ਹੋਰ ਯੋਗਾ ਅਭਿਆਸ ਵਾਲਾ ਉਹ ਵੀ ਹਾਰ ਦੇਣਾ, ਤਰਾਟਕ ਸਾਧਨਾ ਦਾ ਬਲ ਉਹ ਵੀ ਹਾਰ ਦੇਣਾ, ਵਿਦਿਆ ਦਾ ਬਲ ਵੀ ਹਾਰ ਦੇਣਾ। ਸਾਰਾ ਕੁਛ ਨਸ਼ਾਵਰ ਕਰਦੇ ਉਹਨਾਂ ਦੇ ਉੱਤੇ ਦੀ। ਨਾਨਕ ਹਰਿ ਜੀ ਮਇਆ ਕਰ, ਮਿਹਰ ਹਰ ਜਿਉ ਚੇਤਨ ਰੂਪ, हे ਵਾਹਿਗੁਰੂ ਤੇਰੀ ਚੇਤਨ ਕਰਕੇ ਬੋਲ ਚਾਲ ਹੈ, ਸੂਖਮ ਕਾਰਨ ਸੂਰਦਿਆਂ ਦੀ ਕਿਰਿਆ ਕਰਾਉਣ ਵਾਲੇ, ਚਾਰ ਖਾਣਿਆਂ ਦੀ ਕਿਰਿਆ ਕਰਾਉਣ ਵਾਲੇ ਹਰ ਜੀ ਪਰਮਾਤਮਾ ਚੇਤਨ ਰੂਪ ਮਿਹਰਬਾਨ ਮਿਹਰਬਾਨ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਦਇਆ ਕਰ ਦਿਓ, ਮਿਹਰ ਕਰ ਦਿਓ, ਅੰਡਿਤ ਕਰ ਦਿਓ। ਮੇਰੇ ਗੁਣਾਂ ਨੂੰ ਸੋਚੋ ਹੀ ਨਾ। ਜਦੋਂ ਬਖਸ਼ਣ ਲੱਗਦਾ ਰੱਬ ਔਗਣ ਨਹੀਂ ਦੇਖਦਾ, ਜਦੋਂ ਬਖਸ਼ਦੇ ਆਂਦਾ ਬਖਸ਼ ਲੈਂਦਾ। ਇਹ ਸੱਚੇ ਪਾਤਸ਼ਾਹ ਆਪ ਦੇ ਗੁਣ ਚੰਗੇ ਗੁਣ ਬਖਸ਼ਦੇ। ਜਿਵੇਂ ਚਾਰ ਨਦੀਆਂ ਵਗਦੀਆਂ ਸਾਡੇ ਸਰੀਰ ਵਿੱਚ ਹੀ, ਬੜਾ ਸੇਕ ਮਾਰਦੀ ਆ। ਹਾਂ ਸਹਿਤ ਲੋਕ ਚਾਰ ਨਦੀਆਂ ਅੱਗ ਪਵੈ ਦਜਾ ਨਾਨਕਾ ਤਰੀਆ ਕਰਮੀ ਲੱਗ। ਚਾਰ ਨਦੀਆਂ ਚੱਲ ਰਹੀਆਂ ਸਾਡੇ ਹੰਸ ਵਾਂਗ ਬੜਾ ਪੌੜ ਛੋੜ, ਬੜਾ ਹੰਸ ਵਰਗਾ ਬਣਨਾ ਬਣਾ ਕੇ ਲਾਉਂਦੇ, ਖੇਤ ਬੜਾ ਮੋਹ ਕਰਦੇ ਆ ਲੋਕਾਂ ਨੂੰ। ਲੋਭ ਵਿੱਚ ਡੁੱਬੇ ਹੋਏ, ਲੋਭ ਲਹਿਰਾ ਤਾਂ ਨਹੀਂ ਜਰਵਾਜਾ, ਬਹੁਤ ਲੋਭ ਵਿੱਚ ਡੁੱਬੇ ਹੋਏ। ਇਹ ਵੀ ਅੱਗ ਹੈ, ਲੋਭ ਤ੍ਰਿਸ਼ਨਾ ਭੜਕਦੇ ਆ। ਹੰਸਦ ਲੋਭ ਕੋਪ ਗੁੱਸਾ ਅੱਗ ਹੈ। ਇਹਨਾਂ ਦੇ ਬਚਨ ਵਾਸਤੇ ਗੁਰੂ ਜਪ ਤਪ ਕਰਦੇ ਹਨ। ਕਰਨਾ ਬਤੇ ਮੂਤ ਦਾ ਆਦ ਨਦੀਆਂ ਵਿੱਚ ਵਗਦੀਆਂ, ਇਹਨਾਂ ਦੇ ਸੇਕ ਤੋਂ ਬਚਣ ਵਾਸਤੇ। ਫਿਰ ਬੜੀ ਹਰਿਆਵਲਤਾ ਕਰਨਾ ਮੈਤਰੀ ਮੋਤਾ ਗੁਣ ਧਾਰਨ ਤੋਂ ਉਹ ਭਗਤੀ ਗਿਆਨ ਨਿਮਰਤਾ ਬੜੇ ਚੰਗੇ ਗੁਣ ਆ ਜਾਂਦੇ ਜੀਵ ਦੇ ਵਿੱਚ। ਸ਼ਬਦ ਸਵਾਰਨ ਹਾਰ, ਇਹ ਮਾਰਾ ਤੁਹਾਡਾ ਸ਼ਬਦ ਸਵਾਰਨ ਵਾਲਾ
बड़े शब्द ने सवारे। गुरु नानक सतनाम का चक्र शब्द सवार नाल है। बड़े बड़े धाड़वी डकैत बदमाश नकम्मे नकार है। सज्जन ठग वर्ग है, कौडे रात वर्ग है, वो भी सवार दिते। महाराज सानू भी सवार दो। ਜਿਹੜਾ ਤੁਹਾਡਾ ਸਭ ਸਵਾਰਨ ਵਾਲਾ ਕਿਰਪਾ ਕਰ ਦਿਓ, ਉਹਦੇ ਨਾਲ ਸਾਨੂੰ ਵੀ ਅਭਿਆਸ ਬਖਸ਼ੋ, ਉਪਦੇਸ਼ ਬਖਸ਼ੋ, ਸਾਨੂੰ ਵੀ ਸਵਾਰ ਦਿਓ। ਸਾਵਣ ਤਿਨਾ ਸੁਹਾਗਣੀ। ਸਾਉਣ ਦਾ ਮਹੀਨਾ ਉਹਨਾਂ ਵਡਭਾਗਿਆਂ ਨੂੰ ਜਿਵੇਂ ਸੁਹਾਗ ਬੰਦੇ ਨੂੰ ਬੜਾ ਸੁੱਖ ਹੁੰਦਾ। ਸੌਂਕ ਦਾ ਮਨੁੱਖ ਸਵੇਰ ਸਾਉਣ ਮਹੀਨਾ, ਸ਼ੌਂਕ ਸਾਉਣ ਮਹੀਨਾ, ਪ੍ਰਤੱਖ ਸਾਉਣ ਦਾ ਮਹੀਨਾ ਉਹਨਾਂ ਨੂੰ ਸੁਖਦਾਈ ਆਨੰਦ ਹੈ। ਜਿਨ ਰਾਮ ਨਾਮ ਉਰ ਹਾਰ। ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਹੀ ਗਲੇ ਦਾ ਹਾਰ ਬਣਾ ਲਿਆ। ਭਾਵ ਜਿਹੜੇ ਸਰੀਰ ਹੈ ਨਾ, ਸਵਾਸ ਹੈ ਨਾ, ਸਵਾਸ ਦੇ ਧਾਗਾ ਬਣਾ ਲਿਆ। ਆਉਂਦੇ ਜਾਂਦੇ ਸਵਾਸ ਨਾਲ ਜਪ ਜਾਵੇ ਜੇ ਮੈਂ ਗਲ ਵਿੱਚ ਹਾਰ ਪਾ ਲਿਆ। ਆਉਂਦਿਆਂ ਜਾਂਦੇ ਜਿਹਨਾਂ ਸਾਸ ਕਰਾ ਹਰ ਨਾਮ ਮਨ ਤਨ ਸੇ ਨਾਨਕਾ ਪੂਰਨ ਸੋਈ। ਆਹ ਧਾਗਾ ਬਣਾ ਕੇ ਆਉਂਦੇ ਜਾਂਦੇ ਸਵਾਸ ਜਾਪ ਕਰ ਕਰਕੇ ਹਿਰਦੇ ਵਿੱਚ ਹਾਰ ਪਰੋਇਆ ਹੈ। ਉਹਨਾਂ ਨੂੰ ਬੜਾ ਸੁਆਗ ਹੈ, ਬੜਾ ਆਨੰਦ ਹੈ। ਮਹਾਰਾਜ ਸਾਨੂੰ ਵੀ ਕਿਰਪਾ ਕਰੋ, ਆਨੰਦ ਬਖਸ਼ੋ। ਜਿਵੇਂ ਸੁਆਗਿਆਂ ਨੂੰ ਮਹਾਰਾਜ ਸਾਨੂੰ ਵੀ ਨਾਮ ਕੰਠਾ ਗਹਿਣਾ ਦੇ ਕੇ ਵੀ ਪਰੋ ਕੇ ਸਵਾਰ ਲਓ। ਸੋ ਸਮਾਂ ਕਾਫੀ ਹੋ ਗਿਆ ਤਾਂ ਸਮਾਪਤ। ਵਿਚਾ ਹੋਈ ਤ੍ਰਿਟਾਂ ਦੀ ਖੀਮਾ ਕਰਨੀ। ਆ ਰਿਹਾ ਅੱਗੇ ਭਾਦੋਂ ਦਾ ਮਹੀਨਾ। ਸੰਤ ਪਰਮਾਤਮਾ ਸ੍ਰੀਮਾਨ ਬਾਬਾ ਖਜਾਨ ਸਿੰਘ ਜੀ ਬ੍ਰਹਮ ਗਿਆਨੀ ਤੱਤ ਵੇਤੇ ਉੱਚ ਵਿਅਕਤੀ ਸ੍ਰੀਮਾਨ ਸੰਤ ਸੁੰਦਰ ਪਰਮਾਤਮਾ ਦੇ ਪਿਤਾ ਜੀ। ਉਹਨਾਂ ਦੀ ਵਾਰਸੀ 27 ਭਾਦੋਂ ਦੀ ਹੁੰਦੀ ਹੈ। ਉਸ ਵੇਲੇ ਅੰਮ੍ਰਿਤ ਦਾ ਵਾਟਾ ਤਿਆਰ ਹੁੰਦਾ ਹੈ। ਨੇੜੇ ਸਾਉਣ ਦੀ ਸੰਗਰਾਂਦ ਆ ਜਾਂਦੀ ਹੈ। ਉਦੋਂ ਜਿਨ੍ਹਾਂ ਦੇ ਮਨ ਬਣੇ ਹੋਏ ਹਨ ਜਾਂ ਊਣਤਾ ਹੀ ਕੋਈ ਹੋ ਗਈ, ਸਦਾਈ ਕਰਾਉਣ ਦੀ ਇੱਛਾ ਰੱਖਦੇ ਆ, ਨਿਗਲ ਜੋਤ ਲਾਉਣ ਦੀ ਇੱਛਾ ਰੱਖਦੇ ਆ। ਦਰਬਾਰ ਸਾਹਿਬ ਦੇ ਮੂਹਰੇ ਪਹਿਰੇਦਾਰ ਪ੍ਰੇਮੀ ਖੜ੍ਹੇ ਹਨ। ਉਹ ਆਪਦੇ ਨਾਮ ਕਈ ਪੇਰਾਂ ਫੇਰ ਵੇਲੇ ਨਾਮ ਨੂੰ ਪੁੱਛਦੇ ਨਹੀਂ, ਉਹਨੂੰ ਪਤਾ ਵੀ ਨਹੀਂ ਲੱਗਦਾ। ਆਪਦੇ ਨਾਮ ਲਿਖਾ ਲਓ, ਚੰਗੇ ਰਹਾਂਗੇ। ਆਈ ਸੰਗਤ ਦਾ ਧੰਨਵਾਦ। ਬੜਾ ਟਕਾ ਕਾਗਰਤਾ, ਬੜੇ ਚੁੱਪਚਾਪ ਨਾਲ ਆਪ ਕੁਝ ਨਾ ਮੈਂ ਕਹਿ ਸਕਦਾ। ਜਿੰਨਾ ਕੁ ਬੁਲਾਇਆ ਸੰਗਤ ਨੇ ਬਲ ਦਿੱਤਾ, ਉਹਨੇ ਵਿਚਾਰ ਕੀਤੀ ਹੈ। ਤੁਰਟਿਆਂ ਦੀ ਖੀਮਾ ਕਰਨ ਰਿਵਾ ਅਤੇ ਸੰਬੰਧ ਪੱਖ ਨਹੀਂ ਦਿਓ। ਸੱਜਣ ਸਿਰਸੜਿਆਂ ਜੋ ਹੋਵੇ ਸਾਹਿਬ ਸਿਉ ਲੰਗਰ ਤਿਆਰ ਹੈ। ਮਹਾਰਾਜ ਦੀ ਕਿਰਪਾ ਹੈ। ਜਿਨ੍ਹਾਂ ਨੇ ਅਜੇ ਤੱਕ ਨਹੀਂ ਛਕਿਆ ਛਕ ਲਓ, ਜਾਂ ਛਕਣ ਵਾਲਿਆਂ ਨੂੰ ਭੁੱਖ ਲੱਗੀ ਹੋਗੀ ਫੇਰ ਛਕ ਲਓ ਪ੍ਰੇਮ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।